ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗੰਤ ਅਤੁਲ, ਜਿਉ ਬੋਲਾਵੋ ਤਿਉ ਨਾਨਕ ਦਾਸ ਬੋਲੇ। ਜੁਗੋ ਜੁਗੋ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀਓ। ਜੀਵ ਦੇ ਅਕਾਲ ਚਲਾਣੇ ਨਿਮਿਤ ਗੁਰਮਤਿ ਮਰਿਆਦਿਤ ਸੰਸਕਾਰ ਦੀਆਂ ਜੋ ਮਰਿਆਦਾਵਾਂ ਨੂੰ ਅਦਾ ਕਰਦਿਆਂ ਹੋਇਆਂ ਆਪ ਸਮੂਹ ਗੁਰੂ ਹਜ਼ੂਰ ਹਾਜ਼ਰ ਹੋ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਅਲਾਹਣੀਆਂ ਦਾ ਜਾਪ ਤੇ ਉਪਰੰਤ ਜੋ ਅੰਤ ਅਮਰਦਾਸ ਦਾ ਸਮੁੱਚਾ ਸੰਸਕਾਰ ਨਿਰਵਿਤ ਹੋਣਾ ਹੈ ਭਾਈ ਸਾਹਿਬ ਕਰਨਗੇ ਦੋ ਪਲਾਂ ਬਾਅਦ। ਹੁਣ ਸਮੇਂ ਦੇ ਵਿੱਚ ਜੋ ਗੁਰਬਾਣੀ ਦਾ ਉਪਦੇਸ਼ ਸਾਡੇ ਵਾਸਤੇ ਹੈ ਉਹਦੇ ਬਾਬਤ ਬਾਤ ਕਰਦਿਆਂ ਹੋਇਆ ਖਾਕਸਾਰ ਖਿਮਾ ਦਾ ਯਾਚਕ ਹੋਏਗਾ। ਜਿਤਨੇ ਕੁ ਜੀ ਹਾਜ਼ਰ ਹੋ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਇੱਕ ਵਾਰ ਸਭ ਪ੍ਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਥੋੜ੍ਹਾ ਧਿਆਨ ਨਾਲ ਦੇਖਦੇ ਹਾਂ ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਐਕਚੁਅਲੀ ਟੀਚਿੰਗਸ, and even if we just pay attention toward the Gurbani writings, then we can find out there are few subjects which are coming in the repetition in the whole Guru Granth Sahib. ਕੁਝ ਇੱਕ ਸਬਜੈਕਟਸ ਨੇ ਜਿਹੜੇ ਰੈਪੀਟੀਸ਼ਨ ਵਿੱਚ ਆ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਉਹਨਾਂ ਦੇ ਜਿਹੜਾ ਡੋਮੀਨੇਟਿੰਗ ਸਬਜੈਕਟ ਹੈਗਾ ਉੱਥੇ ਹੈਗਾ ਨਾਮ। ਐਵਰੀ ਥਰਡ ਫੋਰਥ ਲਾਈਨ ਇਜ਼ ਐਕਚੁਅਲੀ ਡਿਸਕਸਿੰਗ ਅਬਾਊਟ ਨਾਮ। ਨਾਮ ਤੋਂ ਬਾਅਦ ਜਿਹਦੀ ਬਹੁਤ ਡਿਸਕਸ਼ਨ ਹੈ ਬਾਣੀ ਦੇ ਵਿੱਚ, ਦੈਟ ਇਜ਼ ਡੈਥ। ਬਹੁਤ ਪੂਰੇ ਦੇ ਪੂਰੇ ਸ਼ਬਦ ਭਰੇ ਨੇ, ਚੈਪਟਰ ਚੱਲ ਰਹੇ ਨੇ ਪੂਰੇ। ਸੰਸਾਰ ਥੋੜ੍ਹ ਚਿਰ ਹੈ, ਅਸੀਂ ਇੱਥੇ ਨਹੀਂ ਰਹਿਣਾ, ਅਸੀਂ ਗੁਜ਼ਰ ਜਾਣਾ ਹੈ ਸੰਸਾਰ 'ਚ, ਇਹ ਸਭ ਬਾਤ। ਜਦੋਂ ਇਸ ਤਰੀਕੇ ਨਾਲ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਫਿਰ ਕਈ ਵਾਰ ਬੰਦਾ ਸੋਚਦਾ ਹੈ ਮਹਾਰਾਜ ਇੰਨੀ ਮੌਤ ਦੀ ਬਾਤ ਕਿਉਂ ਕਰਦੇ ਨੇ, ਇੰਨੀ ਡਿਸਕਸ਼ਨ ਕਿਉਂ ਹੈ ਇਹਦੀ। ਜੇ ਸਾਰੇ ਦੇ ਬਾਬਤ ਦੇਖੀਏ, ਜਿਵੇਂ ਤੁਸੀਂ ਅਕਸਰ ਗੁਰੂ ਉਸਕੇ ਹਜ਼ੂਰ ਇਹੋ ਜਿਹੇ ਬਚਨ ਪੜ੍ਹਦੇ ਸੁਣਦੇ ਹੋ, ਜੋ ਉਪਜਿਓ ਸੋ ਬਿਨ ਸਹਿ ਪਰੋ ਆਜ ਕੇ ਕਾਲ, ਜਨਮੰਗ ਤਾਂ ਮਰਨੰਗ, ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ। ਦੋਜ਼ ਕਾਈਂਡ ਆਫ ਮੈਸੇਜ ਅਗੇਨ ਐਂਡ ਅਗੇਨ ਰੈਪੀਟੀਸ਼ਨ ਦੇ ਵਿੱਚ। ਕਈ ਵਾਰ ਲੋਕਾਂ ਨੇ ਸੋਚਿਆ ਕਿ ਨਾ ਗੁਰੂ ਗ੍ਰੰਥ ਸਾਹਿਬ ਦਾ ਮੇਨ ਆਸ਼ਾ ਸਾਨੂੰ ਰੱਬ ਨੂੰ ਯਾਦ ਕਰਾਉਣਾ ਹੈਗਾ, ਅਤੇ ਇਸ ਕਰਕੇ ਗੁਰੂ ਬਾਬਾ ਜੀ ਨੇ ਮੌਤ ਦੀ ਇੰਨੀ ਚਰਚਾ ਕਰਕੇ ਸਾਨੂੰ ਮੌਤ ਤੋਂ ਡਰਾ ਕੇ ਰੱਬ ਨੂੰ ਯਾਦ ਕਰਾਇਆ। ਜਦੋਂ ਡੀਪ ਲੈਵਲ 'ਤੇ ਦੀ ਸਟੱਡੀ ਦੇਖਦੇ ਹਾਂ ਫਿਰ ਪਤਾ ਲੱਗਦਾ ਐਸਾ ਨਹੀਂ ਹੈਗਾ। ਐਕਚੁਅਲੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਆਸ਼ਾ ਸਾਨੂੰ ਡਰਾਉਣਾ ਨਹੀਂ ਗਾ, ਬਲਕਿ ਮੌਤ ਬਾਰੇ ਸਮਝਾਉਣਾ ਆ। ਜੇ ਅਸੀਂ ਇਹਦੇ ਬਾਰੇ ਸਮਝ ਜਾਵਾਂਗੇ, ਸਾਡੀ ਆਪਣੇ ਆਪ ਬਾਰੇ ਅਤੇ ਆਪਣੇ ਆਲੇ ਦੁਆਲੇ ਬਾਰੇ ਇਸ ਸਿਚੁਏਸ਼ਨ 'ਚ ਜਿਹੜੀ ਅਪਰੋਚ ਆ ਉਹ ਟੋਟਲੀ ਡਿਫਰੈਂਟ ਹੋ ਜਾਏਗੀ। ਹੁਣ ਮੈਂ ਜੋ ਅੱਜ ਇੱਥੇ ਤੁਸੀਂ ਆ ਰਹੇ ਹੋ, ਸਾਰੇ ਬੈਠੇ ਹੋ, ਇਹਦੇ ਸਾਰੇ ਦਾ ਪਰਪਸ ਇਹਦੇ 'ਤੇ ਗੱਲ ਕਰਦਿਆਂ ਹੋਇਆਂ ਫਿਰ ਖਿਮਾ ਦਾ ਯਾਚਕ ਹੋਵਾਂ। ਉਹਦੇ 'ਚ ਇਹ ਹੈਗਾ ਕਿ ਜੇ ਅੱਜ ਦੇ ਮਾਡਰਨ ਕੌਨਸੈਪਟ ਅਸੀਂ ਦੇਖਦੇ ਹੈਗੇ ਹਾਂ ਅਤੇ ਕਿਹਾ ਜਾਂਦਾ ਹੈ ਕਿ ਜਿਹੜਾ ਇਸ ਕਿਸਮ ਦੇ ਨਾਲ ਡੈਥ ਰਿਲੇਟਿਡ ਸਫਰਿੰਗ, ਪੇਨ, ਸੋਰੋ ਬੰਦੇ ਨੂੰ ਮਿਲਦਾ ਹੈਗਾ, ਲੋਕ ਕਿਵੇਂ ਡੀਲ ਕਰਦੇ ਉਹਦੇ ਨਾਲ। ਹਿਊਮਨ ਸਾਈਕੋਲੋਜੀ ਦੀ ਸਟੱਡੀ 'ਚ ਪਤਾ ਲੱਗਾ ਕਿ ਇਹਦੇ 'ਚ ਮੁੱਖ ਰੂਪ ਵਿੱਚ 3 ਤਰੀਕੇ ਨੇ ਬੰਦੇ ਦੇ ਨਾਲ ਡੀਲ ਕਰਨ ਦੇ। ਪਹਿਲਾ ਜਿਹੜਾ ਤਰੀਕਾ ਹੈਗਾ ਉਹ ਹੈਗਾ ਬੰਦਾ ਡਿਨਾਇਲ ਕਰਦਾ ਹੈ। ਬੰਦਾ ਕਹਿੰਦਾ ਆਈ ਕੈਨ ਨੋਟ accept it, I cannot tolerate it, so please don't tell me someone is no more in my family, in my beloved ones. No, even I don't want to even listen it. Denial, ਇਹ ਪਹਿਲਾ ਸਟੈਪ ਆ। ਬੰਦਾ ਇਹ ਸੋਚਦਾ ਕਿ ਇਹਦੇ ਨਾਲ ਸ਼ਾਇਦ ਝੂਠ ਹੋ ਜਾਏਗਾ, ਮੈਨੂੰ ਨਾ ਦੱਸੋ ਇਹ ਗੱਲ ਠੀਕ ਨਹੀਂ ਕਿ ਝੂਠੀ ਹੈ, ਇਸ ਤਰ੍ਹਾਂ ਕਹਿ ਦਿਓ ਮੇਰੇ ਸਾਹਮਣੇ। ਇਹਦੇ ਬਾਬਤ ਇੰਝ ਜਾਣੋ ਕਿ 1 2 4 ਦਿਨਾਂ ਦੀ ਖੇਡ ਨਹੀਂ, ਉਮਰਾਂ ਲੰਘ ਜਾਂਦੀਆਂ ਲੋਕਾਂ ਦੀਆਂ ਡਿਨਾਇਲ ਦੇ ਵਿੱਚ। ਮੈਂ ਇਸੇ ਸਾਲ ਹੀ ਐਗਜ਼ਾਮਪਲ ਯੂਜ਼ ਕਰ ਰਿਹਾ, ਲਾਸਟ ਈਅਰ ਦੀ ਗੱਲ ਹੈ 2019 ਦੇ ਵਿੱਚ
2018 ਦੇ ਵਿੱਚ ਐਕਚੁਅਲੀ ਜੋ ਹੈਗਾ ਆ ਮੈਂ ਸਟੇਟਸ ਵਿੱਚ ਸੀਗਾ, ਤੇ ਸਾਡਾ ਫੈਮਿਲੀ ਹੈਗੀ, ਤੇ ਉਹਨਾਂ ਦਾ ਬੱਚਾ ਜਦੋਂ 9/11 ਹੋਇਆ ਉਹਦੇ 'ਚ ਉਹ ਵੀ ਸੀਗਾ ਮਤਲਬ ਉਹ ਜਿਹੜੀ ਇੰਨੇ ਲੋਕ ਫੌਤ ਹੋਏ ਉਹਨਾਂ 'ਚ ਉਹਨਾਂ ਦਾ ਬੱਚਾ ਵੀ ਫੌਤ ਹੋ ਗਿਆ ਬਿਕੋਜ਼ ਹੀ ਵਾਜ਼ ਵਰਕਿੰਗ ਦੇਅਰ। ਬਾਅਦ ਦੇ ਵਿੱਚ ਉਹਦਾ ਕੋਈ DNA ਵੀ ਮੈਚ ਨਹੀਂ ਕੀਤਾ, ਕੁਛ ਵੀ ਨਹੀਂ ਲੱਭਾ, ਨਥਿੰਗ, ਬਰਨਿੰਗ ਇੰਨੀ ਹੋਈ, ਕੁਛ ਵੀ ਨਹੀਂ ਲੱਭਾ ਉਹਦੇ 'ਚ। ਉਸ ਤੋਂ ਬਾਅਦ ਮੈਂ ਕੋਈ 17-18 ਸਾਲ ਹੋ ਗਏ ਇਸ ਗੱਲ ਨੂੰ, ਆਂਟੀ ਜੀ ਕੋਲ ਬੈਠਾ ਆ ਪਰਿਵਾਰ ਦੇ ਵਿੱਚ, ਐਂਡ ਵੀ ਆਰ ਐਕਚੁਅਲੀ ਹੈਵਿੰਗ ਸਮ ਡਿਸਕਸ਼ਨਸ। ਬਾਈ ਚਾਂਸ ਉਹਦਾ ਨਾਂ ਆ ਗਿਆ ਉੱਥੇ, ਤੇ ਉਹ ਮਾਂ ਉਹਦੀ ਕਹਿ ਰਹੀ ਹੈ ਕਰੀਬ 18 ਸਾਲ ਬਾਅਦ, ਕਹਿ ਰਹੀ ਹੈ ਕਿ ਗੁਲਜ਼ਾਰ ਸਿੰਘ ਮੈਨੂੰ ਨਹੀਂ ਲੱਗਦਾ ਉਸ ਦਿਨ ਉਹ ਕੰਮ 'ਤੇ ਗਿਆ ਆ, ਨਾ ਉਹ ਕਿਤੇ ਹੋਰ ਚਲਾ ਗਿਆ, ਉਹਨੇ ਆ ਜਾਣਾ ਇੱਕ ਦਿਨ। ਡਿਨਾਇਲ, ਆਈ ਕੈਨ ਨੋਟ ਐਕਸੈਪਟ ਇਟ। ਇਹ ਕਿਵੇਂ ਹੋ ਸਕਦਾ? ਆਈ ਕੈਨ ਨੋਟ ਲਿਵ ਦੈਟ ਇੰਡੀਵਿਜੂਅਲ ਐਟ ਆਲ। ਸੋ ਇੱਕ ਰੂਪ ਇਹ ਹੈ, ਇਹ ਪਹਿਲਾ ਤਰੀਕਾ ਆ। ਇਹਦੇ ਅੰਦਰ ਜਿਹਨੂੰ ਤੁਸੀਂ ਡਿਪਰੈਸ਼ਨ ਕਹਿੰਦੇ ਹੋ, ਜਿਹਨੂੰ ਤੁਸੀਂ PTSD ਕਹਿੰਦੇ ਹੋ, ਆਲ ਦੀਜ਼ ਡਿਸਆਰਡਰਸ ਕਮ ਐਕਚੁਅਲੀ ਇਨ ਦਿਸ ਲਾਈਨ। ਇਹ ਅੱਜ ਅਸੀਂ ਮਾਡਰਨ ਵਰਲਡ 'ਚ ਮੈਂ ਦੇਖਦਾ, ਮੈਂ ਮੈਕਮਾਸਟਰ ਯੂਨੀਵਰਸਿਟੀ 10 ਸਾਲ ਬਤੀਤ ਕੀਤੇ ਇਸੇ ਸਟੱਡੀਜ਼ ਦੇ ਉੱਤੇ। ਉੱਥੇ ਪਤਾ ਲੱਗਾ ਕਿ ਇਹਨਾਂ ਸਭ ਚੀਜ਼ਾਂ ਦੇ ਲੋਕ ਸ਼ਿਕਾਰ ਕਿਉਂ ਹੋ ਰਹੇ ਨੇ ਉਸ ਰੂਪ ਵਿੱਚ। ਜਿਹੜਾ ਸੈਕਿੰਡ ਆ ਰਿਹਾ ਉਹ ਹੈਗਾ ਆ ਜਿਹਨੂੰ ਸਾਈਕੋਲੋਜੀਕਲ ਗਲਿਚ ਕਹਿੰਦੇ ਆ। ਜਿਵੇਂ ਫਿਊਨਰਲ ਤੋਂ ਆਏ ਹੋ ਵਾਪਸ, ਉਹ ਸਾਰੇ ਸਮੇਂ ਨੂੰ ਦੇਖਿਆ, ਦੁੱਖ ਦੀ ਇੰਤਹਾ ਆ। ਕਿਸੇ ਨੂੰ ਫਿਜ਼ੀਕਲੀ ਜਿਹਨੂੰ ਤੁਸੀਂ ਪਿਆਰ ਕਰਦੇ ਸੀ, ਸਨੇਹ ਕਰਦੇ ਸੀ, ਜਿਹਦੇ ਬਿਨਾਂ ਇੱਕ ਪਲ ਵੀ ਜ਼ਿੰਦਗੀ ਸੋਚੀ ਨਹੀਂ ਸੀ ਕਦੀ ਜੀਣੀ ਪਏਗੀ, ਉਹਨੂੰ ਆਪਣੇ ਹੱਥੀਂ ਵਿਦਾ ਕਰ ਦਿੱਤਾ ਹੈ। ਦੈਟ ਇਜ਼ ਵੈਰੀ ਪੇਨਫੁਲ ਐਕਚੁਅਲੀ ਟਾਈਮ। ਇਹ ਜਿਹੜੀ ਚੀਜ਼ ਆ, ਫਿਰ ਕਰਦਾ ਕੀ ਹੈ ਬੰਦਾ? ਇਸ ਨੂੰ ਫਿਰ ਵਾਰ-ਵਾਰ ਰਿਪੀਟ ਕਰਦਾ ਇਸੇ ਚੀਜ਼ ਨੂੰ ਹੀ, ਕਿ ਆਹੀ ਸਮਾਂ ਸੀਗਾ, ਬਸ ਇਸ ਵਕਤ ਹੀ ਬਸ ਆ ਗਏ ਆ, ਫਿਊਨਰਲ ਹੋ ਗਿਆ, ਫੋਨ ਆ ਗਿਆ, ਡੈਥ ਹੋ ਗਈ। ਇਹ ਚੀਜ਼ ਇਹ ਇਤਨੀ ਜ਼ਿਆਦਾ, ਇਹਨੂੰ ਜ਼ਿਆਦਾ ਓਵਰ ਜਿਹੜਾ ਕਿ ਲੈਵਲ 'ਤੇ ਅਸੀਂ ਉਹਨੂੰ ਰਿਪੀਟ ਕਰਦੇ, ਰੈਪੀਟੀਸ਼ਨ ਹੁੰਦੀ ਹੈ, ਸਾਈਕੋਲੋਜੀਕਲ ਗਲਿਚ ਆ ਜਾਂਦਾ। ਸਾਰੀਆਂ ਮੈਮਰੀਜ਼ ਜਿਹੜੀਆਂ ਨੇ ਉਹਦੇ ਪਿੱਛੇ ਛੁੱਟ ਜਾਂਦੀਆਂ ਨੇ, ਬੰਦਾ ਇਹਦੇ 'ਚ ਇਸ ਤਰੀਕੇ ਨਾਲ ਇਨਵੋਲਵ ਹੋ ਜਾਂਦਾ ਹੈਗਾ। ਇਹ ਵੀ ਕੋਈ ਬਹੁਤ ਜ਼ਿਆਦਾ ਚੰਗੀ ਚੀਜ਼ ਨਹੀਂ ਹੈਗੀ। ਫਿਰ ਇੱਕ ਤੀਸਰਾ ਇਹ ਹੈ ਜਿਹੜਾ ਬਾਣੀ ਨੇ ਕਿਹਾ। ਬਾਣੀ ਇਹ ਕਹਿੰਦੀ ਹੈ, ਚੇਤੇ ਰੱਖ ਬੰਦੇ ਕਿ ਇਹ ਸੰਸਾਰ ਕੈਸਾ ਹੈ। ਮਹਾਰਾਜ ਨੇ ਬਿਆਨ ਕੀਤਾ ਕਿ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਕਨੀ ਹੋਰ ਫੇਰ ਭਰੀਅਤ ਹੈ, ਤੈਸੇ ਹੀ ਇਹ ਖੇਲ ਖਸਮ ਦਾ, ਖਸਮ ਦੀ ਖੇਡ ਹੈ ਇੱਕ। ਉਸ ਖੇਡ ਦੇ ਵਿੱਚ ਜਿਵੇਂ ਖੂਹ ਦੇ ਉੱਤੇ ਟਿੰਡਾਂ ਚੱਲਦੀਆਂ ਨੇ ਪੁਰਾਣੇ ਸਮੇਂ, if you have seen any traditional actually wells where people use for them actually for ਜਿਹੜਾ ਹੈਗਾ ਐਗਰੀਕਲਚਰ ਵਾਸਤੇ, ਉਹਨਾਂ ਚੀਜ਼ਾਂ ਵਾਸਤੇ, ਤਾਂ ਉਹਦੇ 'ਚ ਹੁੰਦਾ ਇਹ ਸੀਗਾ ਕਿ ਲੀਸ਼ਸ ਰੱਸੀਆਂ ਹੁੰਦੀਆਂ ਸੀ, ਰੱਸੀਆਂ ਦੇ ਨਾਲ ਛੋਟੇ ਛੋਟੇ ਪੌਟ ਇਸ ਤਰੀਕੇ ਨਾਲ ਜਿਹਨਾਂ ਨੂੰ ਟਿੰਡਾਂ ਕਿਹਾ ਜਾਂਦਾ ਸੀ, ਉਹ ਵੱਜੇ ਹੁੰਦੇ ਸੀ। ਉਹ ਟਿੰਡਾਂ ਜਦੋਂ ਉਹ ਗੋਲ ਵੱਡਾ ਸਾਈਕਲ ਘੁੰਮਦਾ ਸੀਗਾ ਉਸ ਤਰੀਕੇ ਦੇ ਨਾਲ, ਤੇ ਉਹ ਘੁੰਮਣ ਦੇ ਨਾਲ ਉਹ ਲੀਸ਼ਸ ਮੂਵ ਹੁੰਦੀਆਂ ਸੀ, ਤੇ ਨਾਲ ਜਿਹੜੇ ਪੋਟ ਬੰਨੇ ਹੁੰਦੇ ਸੀ ਉਹ ਪਾਣੀ ਭਰ ਕੇ ਲੈ ਕੇ ਆਉਂਦੇ ਸੀ। ਇੱਕ ਪਾਸੇ ਉਹ ਭਰ ਕੇ ਲੈ ਕੇ ਆਉਂਦੇ ਸੀ, ਇੱਕ ਪਾਸੇ ਖਾਲੀ ਕਰਕੇ ਲੈ ਕੇ ਜਾਂਦੇ ਸੀਗੇ। ਸੋ ਇਹ ਸੰਸਾਰ ਦੀ ਖੇਡ ਐਸੀ ਹੈ, ਇਹ 'ਚ ਇੱਕ ਪਾਸੇ ਜੀਆਂ ਦੇ ਜੀ ਆ ਰਹੇ ਨੇ, ਇੱਕ ਪਾਸੇ ਜੀਆਂ ਦੇ ਜੀ ਖਾਲੀ ਹੋ ਕੇ ਜਾ ਰਹੇ ਨੇ। ਇਹਨੂੰ ਇਸ ਤਰੀਕੇ ਨਾਲ ਸਮਝ, ਵੱਡੀ ਤਸਵੀਰ ਵੇਖ। ਜਦੋਂ ਬੰਦਾ ਦੁੱਖ ਦੀ ਹਾਲਤ 'ਚ, ਪੇਨ ਦੀ ਹਾਲਤ ਵਿੱਚ ਆ, ਭਗਤ ਰਵਿਦਾਸ ਜੀ ਦਾ ਸ਼ਬਦ ਪੜ੍ਹਦੇ ਆ, ਉਹ ਜ਼ਿਕਰ ਕਰਦੇ ਕਿ ਜੋ ਦਿਨ ਆਵੇ ਸੋ ਦਿਨ ਜਾਹੀਂ, ਕਰਨਾ ਕੂਚ ਰਹਿਣ ਥਿਰ ਨਾਹੀਂ, ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰੀ ਉੱਪਰ ਮਰਨਾ। ਬੜੇ ਧਿਆਨ ਨਾਲ ਦੇਖ, ਸੰਗ ਚਲਤ ਹੈ, ਇੱਕ ਪੂਰਾ ਦਾ ਪੂਰਾ ਮੁਹਾਜ ਤੁਰਿਆ ਜਾਂਦਾ ਹੈ। ਅੱਜ ਅਸੀਂ COVID-19 ਦੇ ਪੈਂਡੈਮਿਕ ਦੇ ਇਸ ਟਾਈਮ ਵਿੱਚੋਂ ਜਾ ਰਹੇ ਹਾਂ। ਤੁਸੀਂ ਦੇਖੋ, ਡੈਥ ਬੜੀ ਪੇਨਫੁਲ ਚੀਜ਼ ਹੈ। ਬੰਦੇ ਨੂੰ ਕਿਸੇ ਕੋਲੋਂ ਫਿਜ਼ੀਕਲੀ ਕੰਪਲੀਟਲੀ ਡਿਟੈਚਮੈਂਟ ਹੋ ਜਾਣੀ, ਫਿਜ਼ੀਕਲੀ ਕਿਸੇ ਨੇ ਧਰਤੀ ਤੋਂ ਐਲੀਮੀਨੇਟ ਹੋ ਜਾਣਾ, ਇਹ ਇਸ ਤਰੀਕੇ ਸੋਚ ਕੇ ਬੰਦਾ ਹੋਰ ਰੂਪ ਵਿੱਚ ਚਲਾ ਜਾਂਦਾ ਹੈਗਾ। ਜਦੋਂ ਯੂਰਪ ਦੇ ਵਿੱਚ ਇਹ ਪੈਂਡੈਮਿਕ ਬੜੀ ਬੁਰੀ ਤਰ੍ਹਾਂ ਹਿੱਟ ਕੀਤੀ ਹੈ, ਈਸਟਰਨ ਲੰਡਨ ਦੇ ਵਿੱਚ ਮੇਰੇ ਕੋਲ ਜਾਣਨ ਵਾਲੇ ਪਰਿਵਾਰ ਹੈਗੇ ਨੇ, ਮੈਨੂੰ ਪਤਾ ਲੱਗਾ ਉਹਨਾਂ ਪਰਿਵਾਰਾਂ 'ਚ ਇਹ ਚੀਜ਼ ਆ ਗਈ ਹੈ, ਡੈਥ ਹੋ ਗਈਆਂ ਨੇ 2-4। ਮੈਂ ਕਾਲ ਕੀਤੀ, ਸਾਡੇ ਅੰਕਲ ਹੈਗੇ ਨੇ, ਮੈਂ ਉਹਨੂੰ ਕਿਹਾ ਕਿ ਇਸ ਤਰੀਕੇ ਨਾਲ ਪਤਾ ਲੱਗਾ ਆ। ਕਹਿੰਦੇ ਹਾਂ। ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਫਿਊਨਰਲ ਵਗੈਰਾ? ਉਹ ਕਹਿੰਦੇ ਜੀ ਕੋਈ ਪਤਾ ਨਹੀਂ, ਸੈਪਟੰਬਰ 'ਚ ਉਹਨਾਂ ਕੋਲ ਡੇਟ ਦੇਣੀ ਹੈ। ਅਜੇ ਤਾਂ ਬਹੁਤ ਇੰਨੀਆਂ ਜ਼ਿਆਦਾ ਬਾਡੀਜ਼ ਪਈਆਂ ਨੂੰ, ਸਭ ਫਰੀਜ਼ ਕਰਤੀਆਂ ਉਹਨਾਂ ਨੇ ਇਸ ਤਰੀਕੇ ਨਾਲ। ਅਜੇ ਤੋਂ ਕਹਿੰਦੇ ਆ ਕਿ ਜਸਟ ਲੈਟ ਅਸ ਐਕਚੁਅਲੀ ਹੈਂਡਲ ਦ ਰੀਅਲ ਪ੍ਰੋਬਲਮ ਓਵਰ ਹੇਅਰ, ਸਾਨੂੰ ਇਹਦੇ ਨਾਲ ਕਰ ਲਓ, ਫਿਰ ਤੁਹਾਨੂੰ ਉਸ ਤਰੀਕੇ ਨਾਲ ਦੱਸਾਂਗੇ ਬਾਅਦ ਵਿੱਚ ਜਾ ਕੇ। ਸੋ ਜਿਹੜੀ ਹੁਣ ਇਹੋ ਜਿਹੀ ਸਿਚੁਏਸ਼ਨ ਹੈ, ਤੁਸੀਂ ਦੇਖੋ
ਕਿਸੇ ਨੂੰ ਪ੍ਰੋਪਰਲੀ ਸੀ ਆਫ ਕਰਨਾ ਵੀ ਨਹੀਂ ਮਿਲ ਰਿਹਾ। ਬੰਦਾ ਉਹ ਸਾਰੀ ਸਿਚੁਏਸ਼ਨ ਨੂੰ ਜਦੋਂ ਉਸ ਲੈਵਲ ਤੇ ਇਮੈਜਿਨ ਕਰਦਾ ਫਿਰ ਐਸੋ ਜਿਹੜਾ ਹੈਗਾ ਸੰਗ ਚਲਤ ਹੈ, ਮੁਹਾਜ ਚੱਲ ਰਿਹਾ ਪੂਰੇ ਦਾ ਪੂਰਾ। ਬੰਦੇ ਕੁਦਰਤ ਦੇ ਨਿਯਮ ਦੇ ਵਿੱਚ ਜੀਆਂ ਦਾ ਜਾਣਾ ਇਹ ਤੈਅ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਸ ਨੂੰ ਅੱਜ ਅਸੀਂ ਮੋਨੋਕ੍ਰੋਨਿਕ ਸਿਸਟਮ ਵਿੱਚ ਰਹਿ ਰਹੇ ਹੈਗੇ ਹਾਂ। ਸਾਡੇ ਛੋਟੇ ਛੋਟੇ ਬੱਚੇ ਅਸੀਂ ਬੱਚਿਆਂ ਨੂੰ ਫੁੱਲਾਂ ਦੀ ਤਰ੍ਹਾਂ ਪਾਲਦੇ ਹਾਂ, ਉਹਨਾਂ ਨੂੰ ਖੁਸ਼ਬੂਆਂ ਦਿੰਦੇ ਹਾਂ, ਉਹਨਾਂ ਨੂੰ ਜਿਹੜਾ ਹੈਗਾ ਕੰਫਰਟ ਦਿੰਦੇ ਹਾਂ ਵੱਧ ਤੋਂ ਵੱਧ ਇਸ ਤਰੀਕੇ ਨਾਲ, ਪਰ ਜਿਹੜੀ ਹਾਰਸ਼ ਰਿਐਲਿਟੀ ਉਹ ਨਹੀਂ ਵਿਖਾਉਂਦੇ। ਇਸੇ ਕਰਕੇ ਮੈਂਟਲ ਹੈਲਥ ਦਾ ਇੱਥੇ ਇੰਨੇ ਵੱਡੇ ਚੈਲੰਜਸ, ਇੰਨੇ ਇਸ਼ੂਜ਼ ਹੈਗੇ ਨੇ। ਅੱਜ ਇੱਥੇ ਕਿਹਾ ਜਾ ਰਿਹਾ ਹੈ ਮੋਨੋਕ੍ਰੋਨਿਕ ਸਿਸਟਮ ਨੂੰ ਤੋੜਨਾ ਪਏਗਾ, ਸਾਨੂੰ ਹਾਰਸ਼ ਰਿਐਲਿਟੀ ਦੇ ਨੇੜੇ ਲੈ ਕੇ ਆਉਣਾ ਪਏਗਾ। ਬਾਣੀ ਕਹਿੰਦੀ ਹੈ ਜਿਹਦੀ ਪੈਦਾਇਸ਼ ਹੋ ਗਈ, ਜਿਹਦਾ ਜਨਮ ਹੋ ਗਿਆ, ਮਰਨਾ ਤੈਅ ਹੋਏਗਾ ਪੱਕਾ। ਇਸ ਚੀਜ਼ ਤੋਂ ਕੋਈ ਬੰਦਾ ਰੋਕ ਨਹੀਂ ਸਕਦਾ। ਇਸ ਅਹਿਸਾਸ ਤੋਂ ਕਿਸੇ ਅਸੀਂ ਲਾਮੇ ਨਹੀਂ ਜਾ ਸਕਦੇ। ਸੋ ਇਸ ਰੂਪ ਨੂੰ ਐਕਸੈਪਟ ਕਰਦਿਆਂ ਹੋਇਆਂ ਜੋ ਜੀ ਆਇਆ ਉਹਦੇ ਗੁਜ਼ਰਨ ਦੇ ਨਾਲ ਬੰਦੇ ਦੇ ਅੰਦਰ ਇੱਕ ਅਹਿਸਾਸ ਆਵੇ। ਅਹਿਸਾਸ ਕੀ ਹੈ ਕਿ ਇਹ ਦਾਤਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਕੋਈ ਜੀ ਦਿੱਤਾ, ਮੈਂਬਰ ਦਿੱਤਾ ਇਸ ਸਮਾਜ ਸੰਸਾਰ ਦੇ ਵਿੱਚ, ਉਹ ਮੇਰੇ ਪਰਿਵਾਰ ਦਾ ਹਿੱਸਾ, ਮੇਰੇ ਜੀਵਨ ਦਾ ਹਿੱਸਾ, ਮੈਂ ਉਹਦੇ ਨਾਲ ਜੀਵਨ ਵਿਚਰਿਆ। ਇੱਕ ਲਾਸਟ ਐਗਜ਼ਾਮਪਲ ਕਰ ਦੇਣਾ ਫਿਰ ਵਾਈਂਡ ਪੱਕਾ ਉਸ ਰੂਪ ਵਿੱਚ। ਉਹਦੇ 'ਚ ਇਹ ਹੈ ਕਿ ਸਾਡੇ ਇੱਥੇ ਸ਼ਹਿਰ ਦੇ 'ਚ ਇੱਕ ਮਿੱਤਰ ਸੀਗੇ ਬੜੇ ਪਿਆਰੇ, ਅਤੇ ਇੱਥੇ ਕੁਝ ਜਿਹੜਾ ਅਜੇ PR ਨਹੀਂ ਸੀ ਹੋਈ, ਅਜੇ ਕੁਝ ਉਸ ਵਰਕਿੰਗ ਵੀਜ਼ੇ ਦੇ ਪ੍ਰੋਸੈਸ ਵਿੱਚ ਸੀਗੇ। ਪਿੱਛੇ ਬੇਟਾ ਸੀਗਾ ਸ਼ਾਇਦ 22-23 ਸਾਲ ਦਾ ਜਵਾਨ ਬੇਟਾ, ਉਹਦਾ ਬਰਥਡੇ ਸੀਗਾ। ਉਸ ਦਿਨ ਉਹਨੂੰ ਫੋਨ ਕਰਨਾ ਸੀਗਾ ਬਰਥਡੇ ਜਿਹੜਾ ਹੈਗਾ ਕੰਗਰੈਚੁਲੇਸ਼ਨਸ ਵਾਸਤੇ, ਉਹਨੂੰ ਉਸ ਰੂਪ ਵਿੱਚ ਵਧਾਈ ਦੇਣ ਲਈ। ਅਤੇ ਹੋਇਆ ਕੀ ਕਿ ਫੋਨ ਚੱਕ ਰਿਹਾ ਕੋਈ, ਫੋਨ ਕਰ ਰਿਹਾ, ਫੋਨ ਨਹੀਂ ਚੱਕ ਰਿਹਾ ਕੋਈ। ਕਾਫੀ ਟਾਈਮ ਲੱਗਾ, ਖੈਰ ਜਿਨ੍ਹਾਂ ਨੂੰ ਫੋਨ ਹੋਇਆ ਪਤਾ ਲੱਗਾ ਕੋਈ ਟ੍ਰੈਜਡੀ ਉੱਥੇ ਹੋ ਗਈ ਹੈ। ਬਾਅਦ 'ਚ ਪਤਾ ਲੱਗਾ ਬੱਚੇ ਦੀ ਡੈਥ ਹੋ ਗਈ ਹੈ। ਬੜਾ ਦੁਖੀ, ਬੜਾ ਪਰੇਸ਼ਾਨ। ਖੈਰ ਪਿੱਛੋਂ ਫੈਮਿਲੀ ਮੈਂਬਰਸ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਜਲਦੀ ਆ ਜਾ, ਵਾਈਫ ਦਾ ਬੁਰਾ ਹਾਲ ਹੈ ਤੇਰੀ ਦਾ, ਜੇ ਸੰਭਾਲ ਸਕਦਾ ਸੰਭਾਲ ਲਾ, ਅਦਰਵਾਈਜ਼ ਸ਼ੀ ਮਾਈਟ ਨਾਟ ਸਰਵਾਈਵ। ਖੈਰ ਚਲਾ ਗਿਆ। ਮੇਰੀ ਗੱਲਬਾਤ ਹੋਈ ਬਾਅਦ ਦੇ ਵਿੱਚ, ਉਹ ਕਹਿੰਦੇ ਜੀ ਟਰਾਈ ਕਰ ਰਿਹਾ। ਇੱਕ ਮੈਂਬਰ ਚਲਾ ਗਿਆ, ਦੂਸਰਾ ਮੈਂਬਰ ਬਿਮਾਰ ਹੈ, ਨੀਂਦ ਨਹੀਂ ਆ ਰਹੀ, ਪਾਗਲ ਹੋ ਗਈ ਇੰਨੀ। ਮਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਇਸ ਹਾਲਤ ਵਿੱਚ। ਸਮਾਂ ਲੰਘ ਗਿਆ, ਜ਼ਿੰਦਗੀ ਬੜੀ ਬਿਜ਼ੀ ਹੈ, ਮੈਂ ਵੀ ਇੱਥੇ ਬਿਜ਼ੀ ਹੋ ਗਿਆ ਉਹਦੇ ਨਾਲ। ਕਾਫੀ ਸਮਾਂ ਗੱਲਬਾਤ ਨਹੀਂ ਹੋਈ। ਬਾਈ ਚਾਂਸ ਮੈਂ ਇੰਡੀਆ ਗਿਆ, ਮੁਲਾਕਾਤ ਹੋ ਗਈ। ਐਂਡ ਦੈਟ ਟਾਈਮ ਆਈ ਐਕਚੁਅਲੀ realized they are doing really well, both husband wife. They are very actually quite doing good. They are moving toward that actually their day-to-day life very well. All these things are happening. ਮੈਨੂੰ ਚੰਗਾ ਲੱਗਾ, ਗੱਲਬਾਤ ਹੋਈ। ਮੈਂ ਕਿਹਾ ਤੁਹਾਨੂੰ ਵੇਖ ਕੇ ਠੀਕ ਲੱਗਾ। ਉਹ ਕਹਿੰਦੇ ਜੀ ਹੁਣ ਤੁਹਾਨੂੰ ਦੱਸਦਾ ਐਕਚੁਅਲੀ ਗੱਲ ਨਹੀਂ ਹੋਈ, ਤੁਹਾਨੂੰ ਐਕਚੁਅਲੀ ਹੋਇਆ ਕੀ। ਕਹਿੰਦੇ ਜੀ ਸਿਚੁਏਸ਼ਨ ਡੇ ਬਾਈ ਡੇ ਖਰਾਬ ਹੋਈ ਜਾ ਰਹੀ ਸੀ, ਹਾਲਤ ਕੁਛ ਨਹੀਂ ਸੀਗੀ। ਕਿਸੇ ਨੇ ਕਿਹਾ ਇੱਕ ਡਾਕਟਰ ਕੋਲ ਲੈ ਜਾ, ਦੂਜੇ ਕੋਲ ਲੈ ਜਾ, ਤੀਜੇ ਕੋਲ। ਸਾਡੇ ਕਹਿੰਦਾ ਇੱਕ ਛੋਟਾ ਜਿਹਾ ਉੱਥੇ ਨਰਸਿੰਗ ਹੋਮ ਖੁੱਲ੍ਹਿਆ ਸੀਗਾ, ਇੱਕ ਬੜੀ ਵੈਟਰਨ ਰਿਟਾਇਰਡ ਨਰਸ ਨੇ, ਅਤੇ ਉਹ ਲੇਡੀਜ਼ ਨੂੰ ਬੜੀ ਹੈਲਪ ਕਰਦੀ ਸੀ ਉਹਨਾਂ ਦੇ ਕੋਈ ਇਸ਼ੂਜ਼ ਵਾਸਤੇ। ਕਿਸੇ ਨੇ ਕਿਹਾ ਇਹਦੇ ਕੋਲ ਲੈ ਜਾ, ਸ਼ਾਇਦ ਕੁਝ ਕਾਉਂਸਲਿੰਗ ਵੀ ਕਰਦੇ, ਕੁਝ ਉਸ ਤਰੀਕੇ ਨਾਲ ਸਮਝਾਏ। ਖੈਰ ਕਹਿੰਦਾ ਮੈਂ ਲੈ ਗਿਆ ਉਹਦੇ ਕੋਲ, ਅਸੀਂ ਜਾ ਕੇ ਬੈਠੇ, ਉਹਨੇ ਐਂਪਥੀ ਸ਼ੋਅ ਕੀਤੀ ਉਸ ਤਰੀਕੇ ਨਾਲ ਸਾਰੀ। ਅਜੇ 2-4 ਪਲ ਗੱਲਾਂ ਹੋਈਆਂ ਅਤੇ ਉਹ ਇੱਕਦਮ ਉਹਨੂੰ ਜਿਵੇਂ ਮਤਲਬ ਬੰਦੇ ਨੂੰ ਕੋਈ ਫਲੈਸ਼ ਬੈਕ ਆਉਂਦਾ ਹੈਗਾ, ਉਹ ਇੱਕਦਮ ਕਹਿੰਦੀ ਇੱਕ ਪਲ ਲਈ ਰੁਕਿਓ। ਕਹਿੰਦੀ ਆਰੰਟ ਯੂ ਇੰਜੀਨੀਅਰ? ਕਹਿੰਦੇ ਯੈਸ ਆਈ ਐਮ ਇੰਜੀਨੀਅਰ। ਕਹਿੰਦੇ ਯੂ ਆਰ ਵਰਕਿੰਗ ਇਨ ਐਕਚੁਅਲੀ ਫਲਾਂ ਟਰੈਕਟਰ ਫਰਮ ਦੇ 'ਚ ਉਸ ਤਰੀਕੇ ਨਾਲ ਇਸ ਫਲਾਣੇ ਸਾਹਮਣੇ 'ਚ? ਕਹਿੰਦਾ ਹਾਂ। ਕਹਿੰਦੇ ਠੀਕ ਹੈ। ਕਹਿੰਦੇ is she teacher? ਕਹਿੰਦਾ yes she was a teacher, now she is not actually in her job. ਉਹ ਕਹਿੰਦੀ ਠੀਕ ਹੈ। ਤੁਹਾਡਾ ਵਿਆਹ ਇਸ ਸਾਲ 'ਚ ਹੋਇਆ? ਕਹਿੰਦਾ ਹਾਂ। ਕਹਿੰਦੀ ਤੁਹਾਨੂੰ ਨਹੀਂ ਯਾਦ, ਹੁਣ ਮੈਂ ਤੁਹਾਨੂੰ ਦੱਸਦੀ ਹਾਂ। ਤੁਹਾਡੀ ਇਸ ਸਾਲ ਮੈਰਿਜ ਹੋਈ ਸੀ, ਤੁਸੀਂ ਉੱਥੇ ਡਿਊਟੀ 'ਤੇ ਸੀ। ਉਸ ਮੈਰਿਜ ਤੋਂ ਬਾਅਦ ਤੁਸੀਂ ਐਕਸਪੈਕਟ ਨਹੀਂ ਸੀ ਕਰਦੇ, ਪਰ ਕੁਦਰਤੀ ਤੌਰ 'ਤੇ ਤੁਹਾਨੂੰ ਇੱਕ ਜਿਹੜਾ ਹੈਗਾ ਲੱਗ ਰਿਹਾ ਸੀਗਾ ਕਿ ਬੱਚੇ ਦੀ ਆਮਦ ਹੋਏਗੀ। ਕਹਿੰਦੇ ਹਾਂ, ਵਿਆਹ ਦੇ ਇੱਕਦਮ ਬਾਅਦ। ਕਹਿੰਦੇ ਤੁਸੀਂ ਇੱਕ ਹੌਸਪੀਟਲ ਜਾ ਕੇ ਨਰਸ ਨੂੰ ਮਿਲੇ ਸੀਗੇ? ਕਹਿੰਦੇ ਹਾਂਜੀ ਮਿਲੇ ਸੀ। ਕਹਿੰਦੇ ਉਹ ਮੈਂ ਸੀ। ਤੁਸੀਂ ਮੈਨੂੰ ਆ ਕੇ ਕਿਹਾ ਸੀਗਾ ਕਿ ਵੀ ਡੋਂਟ ਵਾਂਟ ਦਿਸ ਬੇਬੀ ਬਿਕੋਜ਼ we are on actually just on the beginning level of our career. We are just starting our career and we don't want to actually start our family at present. ਤੇ ਕਹਿੰਦੇ ਮੈਂ ਤੁਹਾਨੂੰ ਇਨਸਿਸਟ ਕੀਤਾ ਸੀਗਾ, ਮੈਂ ਕਿਹਾ ਇਸ ਤਰ੍ਹਾਂ ਨਾ ਕਰੋ, ਵੈਲ ਆਫ ਲੋਕ ਹੋ, ਘਰ-ਬਾਰ, ਨੌਕਰ ਚਾਕਰ ਸਾਰਾ ਕੁਛ ਹੈਗਾ, ਐਵੇਂ ਕਿਉਂ ਕਰਦੇ ਹੋ? ਇਹ ਕੁਦਰਤੀ ਤੌਰ 'ਤੇ ਦਾਤ, ਇਹਨੂੰ ਸੰਭਾਲੋ।
ये सारी बात हुई सी, कहते हाँ। वो कहते कि फिर मेरी वाइफ नूं कहंदी किते किते ये उही बच्चा तो नहीं सी। मेरी वाइफ उच्ची उच्ची रोन लग गई। उन्हें मेरी वाइफ का हाथ फड़िया आ। वो कहती हाँ ये उही बच्चा सीगा जिहड़ा मैं कदी तुहाडे कोल गई सी कि आई डोंट वांट हिम, आई जस्ट वांट अबाउट, मैं इहनूं इस रूप विच करना चाहुंदी हाँ। उन्हें कहती मेरे वाइफ के हाथ में फड़े, दूजा हाथ वो उत्ते रखिया तो कुटद्या होया हाथ कहा, कहन लगी रोन क्यों दई है, तू तो उन्होंने 3-4 महीने अपने को रखने लिए तैयार नहीं सी, 23 साल रह के गया तेरे को, शुक्र क्यों नहीं करती। कहता दैट वाज द टाइम शी मूव्ड। ये रियलिटी है जी, असी कुछ भी पे नहीं किया। ये लाइफ गिफ्ट है सानू सारिਆਂ ਨੂੰ, कुदरत ने दिती, स्वासां की पूंजी हंडाई, कितों विदा होया। साहिब ने क्या इनू इस तरह ही जान, हर हट की माला टिंड लगत है कि सकनी होर फिर भरीयत है, तैसे ही ये खेल खसम का, खसम की खेड है सारे दी सारे। सो साहिब रहमत करन इस मैसेज ਨੂੰ ਅਸੀਂ ਸਾਰੇ परसीव कर सकीए, प्रोसैस कर सकीए, मैनीफेस्ट कर सकीए, सो दैट ਜਿਹੜੀ लाइफ एट होल हैगी जी पूरी तरह जिंदगी है तस्वीर परिवार की वो लगातार चले। गुजरे जी नमित तुसीं हुण अरदास करोगे मालक उन्होंने अपने चरणों च निवास बख्शे। भाई साहब बाकी समागम जिहड़ा है अगे तुरनगे, मैं इत्थे तुहाडे तो इजाजत चाहांगा। सब प्रेम कह देना जी। वाहिगुरू जी का खालसा, वाहिगुरू जी की फतेह।